ਗੁੱਡ ਮਾਰਨਿੰਗ ਸਟੂਡੈਂਟਸ ਅਸੀਂ ਬਿਜ਼ਨਸ ਲਾਅ ਦੇ ਵਿੱਚ ਚੈਪਟਰ ਕਰ ਰਹੇ ਹਾਂ ਪਾਰਟੀਜ਼ ਆਫ ਨੈਗੋਸ਼ੀਏਬਲ ਇੰਸਟਰੂਮੈਂਟਸ ਔਰ ਇਹ ਚੈਪਟਰ ਜਿਹੜਾ ਹੈਗਾ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦਾ ਹੀ ਇੱਕ ਪਾਰਟ ਆ ਔਰ ਇਹਦੇ ਵਿੱਚ ਅੱਜ ਜਿਹੜਾ ਟੌਪਿਕ ਅਸੀਂ ਡਿਸਕਸ ਕਰਨਾ ਉਹ ਹੈ ਕਪੈਸਿਟੀ ਆਫ ਪਾਰਟੀਜ਼ ਟੂ ਅ ਨੈਗੋਸ਼ੀਏਬਲ ਇੰਸਟਰੂਮੈਂਟ। ਠੀਕ ਆ, ਮਤਲਬ ਹੁਣ ਮੈਂ ਤੁਹਾਨੂੰ ਇਸ ਚੈਪਟਰ ਦੇ ਵਿੱਚ ਕਰਾਇਆ ਕਿ ਨੈਗੋਸ਼ੀਏਬਲ ਇੰਸਟਰੂਮੈਂਟਸ ਦੀਆਂ ਕਿਹੜੀਆਂ ਪਾਰਟੀਜ਼ ਹੁੰਦੀਆਂ, ਬਿੱਲ ਆਫ ਐਕਸਚੇਂਜ ਕਿਹੜੀਆਂ ਪਾਰਟੀਜ਼ ਹੁੰਦੀਆਂ ਨੇ, ਪ੍ਰੋਮਿਸਰੀ ਨੋਟ 'ਚ ਕਿਹੜੀਆਂ ਪਾਰਟੀਜ਼ ਹੁੰਦੀਆਂ ਨੇ, ਚੈੱਕ 'ਚ ਕਿਹੜੀਆਂ ਪਾਰਟੀਜ਼ ਹੁੰਦੀਆਂ ਨੇ, ਰਾਈਟ। ਔਰ ਹੁਣ ਉਹ ਅਸੀਂ ਇਹ ਵੀ ਪੜ੍ਹਨਾ ਕਿ ਜਿਹੜੀਆਂ ਇਹ ਪਾਰਟੀਜ਼ ਨੇ ਹੈ ਨਾ ਉਹਨਾਂ ਦੀ ਕੀ ਕੈਪੈਸਿਟੀ ਹੁੰਦੀ ਆ, ਮਤਲਬ ਕਿਹੜੇ ਲੋਕ ਕੈਪੇਬਲ ਨੇ ਜਾਂ ਉਹਨਾਂ ਦੀਆਂ ਕੀ ਕੁਆਲੀਫਿਕੇਸ਼ਨਸ ਨੇ ਜਿਹੜੀਆਂ ਕਿ ਇਹਨਾਂ ਨੈਗੋਸ਼ੀਏਬਲ ਇੰਸਟਰੂਮੈਂਟ ਦੀ ਪਾਰਟੀ ਬਣ ਸਕਦੇ ਆ ਜਾਂ ਕੌਂਟਰੈਕਟ ਨੂੰ ਸਾਈਨ ਕਰ ਸਕਦੇ ਆ। ਸਟੂਡੈਂਟ, ਕੋਈ ਵੀ ਪਰਸਨ ਜਿਹੜਾ ਕਿ ਮੇਜਰ ਆ, ਜਿਹੜਾ ਕਿ ਸਾਊਂਡ ਮਾਈਂਡ ਆ ਔਰ ਜਿਹੜਾ ਕਿ ਕਿਸੇ ਵੀ ਲਾਅ ਨੇ ਜਿਹਨੂੰ ਡਿਸਕੁਆਲੀਫਾਈ ਨਹੀਂ ਕੀਤਾ ਹੋਇਆ ਕੌਂਟਰੈਕਟ ਕਰਨ ਦੇ ਲਈ, ਉਹ ਕਿਸੇ ਵੀ ਕੌਂਟਰੈਕਟ ਨੂੰ ਸਾਈਨ ਕਰ ਸਕਦਾ ਆ, ਕੈਪੇਬਲ ਹੁੰਦਾ ਕੌਂਟਰੈਕਟ ਸਾਈਨ ਕਰਨ ਦੇ ਲਈ। ਠੀਕ ਆ, ਸੋ ਜਿੱਦਾਂ ਬਾਕੀ ਕੌਂਟਰੈਕਟ ਵਿੱਚ ਹੁੰਦਾ ਆ ਸੇਮ ਉਸੇ ਤਰ੍ਹਾਂ ਹੀ ਨੈਗੋਸ਼ੀਏਬਲ ਇੰਸਟਰੂਮੈਂਟ ਦੇ ਵਿੱਚ ਵੀ ਜਿਹੜੀ ਨੈਗੋਸ਼ੀਏਬਲ ਇੰਸਟਰੂਮੈਂਟ ਦੀ ਪਾਰਟੀ ਆ ਉਹਦੀ ਜਿਹੜੀ ਹੈਗੀ ਕੰਟਰੈਕਚੁਅਲ ਕਪੈਸਿਟੀ ਹੋਣੀ ਚਾਹੀਦੀ ਆ, ਯਾਨੀ ਕੌਂਟਰੈਕਟ ਨੂੰ ਐਂਟਰ ਕਰਨ ਲਈ ਉਹ ਕੈਪੇਬਲ ਹੋਣੀ ਚਾਹੀਦੀ ਆ। ਠੀਕ ਆ, ਸੋ ਕਹਿੰਦੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਜਿਹੜਾ ਆ ਉਹ ਤਾਂ ਈਵਨ ਮਾਈਨਰ ਨੂੰ ਵੀ ਪ੍ਰੋਹੀਬਿਟ ਨਹੀਂ ਕਰਦਾ ਨੈਗੋਸ਼ੀਏਬਲ ਇੰਸਟਰੂਮੈਂਟ ਦੀ ਪਾਰਟੀ ਬਣਨ ਦੇ ਲਈ। ਸੋ ਹੁਣ ਅਸੀਂ 1 ਬਾਏ 1 ਪੜ੍ਹਦੇ ਹਾਂ ਕਿ ਕਿਹੜੇ ਲੋਕ ਨੇ ਜਿਨ੍ਹਾਂ ਦੀ ਕੀ ਕੈਪੇਬਿਲਿਟੀ ਹੈਗੀ ਆ ਨੈਗੋਸ਼ੀਏਬਲ ਇੰਸਟਰੂਮੈਂਟ ਸਾਈਨ ਕਰਨ ਦੀ। ਫਸਟ ਹੈ ਮਾਈਨਰ। ਅਸੀਂ ਕੌਂਟਰੈਕਟ ਐਕਟ ਵਿੱਚ ਪੜ੍ਹਿਆ ਸੀ ਕਿ ਮਾਈਨਰ ਨਾਲ ਕੀਤਾ ਗਿਆ ਕੌਂਟਰੈਕਟ ਵੋਇਡ ਹੁੰਦਾ ਆ। ਇਹ ਕਿਉਂ ਸੀ? ਕਿਉਂਕਿ ਮਾਈਨਰ ਜਿਹੜਾ ਹੈਗਾ ਉਹ ਕਿਸੇ ਵੀ ਕੌਂਟਰੈਕਟ ਦੇ ਅੰਡਰ ਨੈਗੋਸ਼ੀਏਬਲ ਨਹੀਂ ਕਿਸੇ ਵੀ ਕੌਂਟਰੈਕਟ ਦੇ ਅੰਡਰ ਲਾਇਬਲ ਨਹੀਂ ਹੁੰਦਾ। ਸੇਮ ਉਸੇ ਤਰ੍ਹਾਂ ਹੀ ਨੈਗੋਸ਼ੀਏਬਲ ਇੰਸਟਰੂਮੈਂਟ ਦੇ ਵਿੱਚ ਵੀ ਜਿਹੜਾ ਇੱਕ ਮਾਈਨਰ ਆ ਉਹਦੀ ਕੋਈ ਵੀ ਲਾਇਬਿਲਿਟੀ ਨਹੀਂ ਹੁੰਦੀ। ਠੀਕ ਆ ਜੀ, ਸੋ ਉਹ ਈਵਨ ਹੋਲਡਰ ਇਨ ਡਿਊ ਕੋਰਸ ਦੇ ਅਗੇਂਸਟ ਵੀ ਆਪਣੀ ਇਨਕੈਪੈਸਿਟੀ ਨੂੰ ਪ੍ਰੂਵ ਕਰ ਸਕਦਾ ਹੁੰਦਾ, ਕਿਉਂਕਿ ਆਪਾਂ ਪੜ੍ਹਿਆ ਕਿ ਹੋਲਡਰ ਇਨ ਡਿਊ ਕੋਰਸ ਇੱਕ ਇਹੋ ਜਿਹੀ ਪਰਸਨ ਆ ਹੈ ਨਾ ਜਿਹਦੇ ਕੋਲ ਜਦੋਂ ਕੋਈ ਨੈਗੋਸ਼ੀਏਬਲ ਇੰਸਟਰੂਮੈਂਟ ਆਉਂਦਾ ਆ ਤਾਂ ਉਹਦੇ ਸਾਰੇ ਡਿਫੈਕਟ ਕਿਉਰਡ ਹੋ ਜਾਂਦੇ ਆ। ਬਟ ਕਹਿੰਦੇ ਕਿ ਜਿਹੜਾ ਮਾਈਨਰ ਆ ਉਹ ਨੈਗੋਸ਼ੀਏਬਲ ਇੰਸਟਰੂਮੈਂਟ ਦੇ ਕੇਸ ਦੇ ਵਿੱਚ ਜਿਹੜਾ ਆ ਹੋਲਡਰ ਇਨ ਡਿਊ ਕੋਰਸ ਦੇ ਅਗੇਂਸਟ ਵੀ ਆਪਣੀ ਇਨਕੈਪੈਸਿਟੀ ਜਿਹੜੀ ਆ ਪ੍ਰੂਵ ਕਰ ਸਕਦਾ ਆ। ਸੋ ਮਾਈਨਰ ਜਿਹੜਾ ਹੈ ਉਹ ਪ੍ਰੋਮਿਸਰੀ ਨੋਟ, ਬਿੱਲ ਆਫ ਐਕਸਚੇਂਜ ਔਰ ਚੈੱਕ ਨੂੰ ਡਰॉ ਕਰ ਸਕਦਾ ਆ, ਇੰਡੋਰਸ ਕਰ ਸਕਦਾ ਆ, ਡਿਲੀਵਰ ਕਰ ਸਕਦਾ ਆ ਅਤੇ ਨੈਗੋਸ਼ੀਏਟ ਵੀ ਕਰ ਸਕਦਾ ਆ ਔਰ ਬਾਕੀ ਸਾਰੀਆਂ ਪਾਰਟੀਜ਼ ਨੂੰ ਲਾਇਬਲ ਬਣਾ ਸਕਦਾ ਆ ਉਸ ਇੰਸਟਰੂਮੈਂਟ ਦੇ, ਬਟ ਉਹਦੀ ਆਪਣੀ ਕੋਈ ਲਾਇਬਿਲਿਟੀ ਨਹੀਂ ਆ। ਠੀਕ ਆ, ਸੋ ਮਾਈਨਰ ਚੈੱਕ ਜਿਹੜਾ ਆ ਡਰॉ ਕਰ ਸਕਦਾ ਆ ਅਗਰ ਉਹਦੇ ਬੈਂਕ ਦੇ ਵਿੱਚ ਅਕਾਊਂਟ ਦੇ ਵਿੱਚ ਸਫੀਸ਼ੀਐਂਟ ਬੈਲੈਂਸ ਹੋਊਗਾ। ਠੀਕ ਆ ਜੀ, ਔਰ ਜਿੱਥੇ ਕੋਈ ਵੀ ਨੈਗੋਸ਼ੀਏਬਲ ਇੰਸਟਰੂਮੈਂਟ ਮਾਈਨਰ ਔਰ ਮੇਜਰ ਦੁਆਰਾ ਜੁਆਇੰਟਲੀ ਸਾਈਨਡ ਹੋਊਗਾ ਉੱਥੇ ਮਾਈਨਰ ਲਾਇਬਲ ਨਹੀਂ ਹੋਊਗਾ, ਮੇਜਰ ਲਾਇਬਲ ਹੋਊਗਾ। ਸੈਕਿੰਡ ਆ ਇਨਸੋਲਵੈਂਟ। ਜਿਹੜਾ ਇੱਕ ਇਨਸੋਲਵੈਂਟ ਆ ਉਹ ਇਨਸੋਲਵੈਂਸੀ ਦੇ ਦੌਰਾਨ, ਠੀਕ ਆ ਜੀ, ਕੋਈ ਵੀ ਬਿੱਲ ਨਾ ਤਾਂ ਐਕਸੈਪਟ ਕਰ ਸਕਦਾ ਹੁੰਦਾ ਆ ਅਤੇ ਨਾ ਹੀ ਇੰਡੋਰਸ ਕਰ ਸਕਦਾ ਹੁੰਦਾ ਆ। ਠੀਕ ਆ ਜੀ, ਅਗਰ ਉਹਨੇ ਕੋਈ ਇੰਸਟਰੂਮੈਂਟ ਇਹੋ ਜਿਹਾ ਇੰਡੋਰਸ ਕੀਤਾ ਆ ਜਿਹਦੇ ਵਿੱਚ ਉਹ ਪਈ ਸੀ ਕਿਸੇ ਹੋਲਡਰ ਇਨ ਡਿਊ ਕੋਰਸ ਨੂੰ, ਤਾਂ ਜਿਹੜਾ ਹੋਲਡਰ ਇਨ ਡਿਊ ਕੋਰਸ ਹੋਏਗਾ ਉਹ ਇੰਸੋਲਵੈਂਟ ਨੂੰ ਛੱਡ ਕੇ ਬਾਕੀ ਸਾਰੇ ਪਰਸਨਸ ਦੇ ਕੋਲੋਂ ਅਮਾਊਂਟ ਰਿਕਵਰ ਕਰ ਸਕਦਾ ਆ। ਉਸ ਤੋਂ ਬਾਅਦ ਥਰਡ ਵਨ ਆ ਪਰਸਨ ਆਫ ਅਨਸਾਊਂਡ ਮਾਈਂਡ। ਪਰਸਨ ਆਫ ਅਨਸਾਊਂਡ ਮਾਈਂਡ ਜਿਹੜੇ ਹੁੰਦੇ ਆ, ਅਸੀਂ ਪੜ੍ਹਿਆ ਹੋਇਆ ਇਹ ਵੀ ਕੌਂਟਰੈਕਟ ਐਕਟ ਵਿੱਚ ਹੈ ਨਾ ਕਿ ਪਰਸਨ ਆਫ ਅਨਸਾਊਂਡ ਮਾਈਂਡ ਕਿਹੜੇ ਹੁੰਦੇ ਆ, ਉਹਨਾਂ ਦੀ ਕਿਹੜੇ ਇਡੀਓਸੀ ਕਰਕੇ, ਡਰੰਕਨੈਸ ਕਰਕੇ, ਮੈਂਟਲ ਡੀਕੇ ਕਰਕੇ ਜਾਂ ਫਿਰ ਕਿਸੇ ਵੀ ਰੀਜ਼ਨਸ ਦੇ ਕਰਕੇ ਅਗਰ ਉਹ ਅਨਸਾਊਂਡ ਮਾਈਂਡ ਹੈਗੇ ਆ ਅਤੇ ਉਹ ਵੀ ਮਾਈਨਰ ਦੇ ਵਾਂਗੂ ਉਹਨਾਂ ਨਾਲ ਕੀਤੇ ਹੋਏ ਕੌਂਟਰੈਕਟ ਵੋਇਡ ਹੁੰਦੇ ਆ। ਠੀਕ ਆ, ਸੋ ਇਹੋ ਜਿਹੇ ਅਨਸਾਊਂਡ ਮਾਈਂਡ ਪਰਸਨ ਨੇ ਅਗਰ ਕੋਈ ਬਿੱਲ ਜਾਂ ਕੋਈ ਨੋਟ ਜਿਹੜਾ ਹੈਗਾ ਡਰॉ ਕੀਤਾ ਆ, ਠੀਕ ਆ,
ਉਹਦੇ ਲਈ ਉਹ ਲਾਇਬਲ ਨਹੀਂ ਹੋਏਗਾ। ਹਾਂ ਬਟ ਅਗਰ ਉਹਦੇ ਅਗੇਂਸਟ ਕੁਛ ਕੀਤਾ ਹੋਇਆ ਆ ਤਾਂ ਉੱਥੇ ਵੀ ਉਹ ਲਾਇਬਲ ਨਹੀਂ ਹੋਊਗਾ, ਬਾਕੀ ਪਾਰਟੀਜ਼ ਜਿਹੜੀਆਂ ਨੇ ਲਾਇਬਲ ਹੋਣਗੀਆਂ। ਉਸ ਤੋਂ ਬਾਅਦ ਨੈਕਸਟ ਹੈਗਾ ਪਾਰਟਨਰਸ। ਆਪਾਂ ਪਾਰਟਨਰਸ਼ਿਪ ਦਾ ਜਿਹੜਾ ਲਾਅ ਪੜ੍ਹਿਆ ਆ, ਪਾਰਟਨਰਸ਼ਿਪ ਦਾ ਲਾਅ ਜਿਹੜਾ ਆ ਲਾਅ ਆਫ ਏਜੰਸੀ ਦੀ ਹੀ ਇੱਕ ਬ੍ਰਾਂਚ ਆ। ਹਰ ਪਾਰਟਨਰ ਜਿਹੜਾ ਹੁੰਦਾ ਆ ਉਹ ਪਾਰਟਨਰਸ਼ਿਪ ਫਰਮ ਦਾ ਇੱਕ ਜਨਰਲ ਅਤੇ ਅਕ੍ਰੈਡੀਟਿਡ ਏਜੰਟ ਹੁੰਦਾ ਆ। ਸੋ ਟਰੇਡਿੰਗ ਫਰਮ ਦੇ ਵਿੱਚ ਹਰ ਪਾਰਟਨਰ ਜਿਹੜਾ ਆ ਉਹਦੇ ਕੋਲ ਇਹ ਅਥੋਰਿਟੀ ਹੁੰਦੀ ਆ ਕਿ ਉਹ ਆਪਣੇ ਬਾਕੀ ਕੋ ਪਾਰਟਨਰਸ ਨੂੰ ਲਾਇਬਲ ਬਣਾ ਸਕਦਾ ਆ। ਕਿਸੇ ਤਰ੍ਹਾਂ ਦਾ ਕੋਈ ਵੀ ਚੈੱਕ ਜਾਂ ਨੈਗੋਸ਼ੀਏਬਲ ਇੰਸਟਰੂਮੈਂਟ ਜਿਹੜਾ ਉਹਨੂੰ ਡਰੋ ਕਰਕੇ ਉਹਦੀ ਮੇਕਿੰਗ ਕਰ ਸਕਦਾ, ਇੰਡੋਰਸਿੰਗ ਕਰ ਸਕਦਾ, ਐਕਸੈਪਟਿੰਗ ਕਰ ਸਕਦਾ, ਟਰਾਂਸਫਰ ਵੀ ਕਰ ਸਕਦਾ ਔਰ ਨੈਗੋਸ਼ੀਏਟ ਵੀ ਕਰ ਸਕਦਾ, ਆਪਣੇ ਨਾਮ 'ਤੇ ਵੀ ਕਰ ਸਕਦਾ ਔਰ ਔਨ ਅਕਾਊਂਟ ਆਫ ਪਾਰਟਨਰਸ਼ਿਪ ਵੀ ਕਰ ਸਕਦਾ ਆ। ਠੀਕ ਆ, ਬਟ ਜਿਹੜਾ ਇੱਕ ਨੋਨ ਟਰੇਡਿੰਗ ਫਰਮ ਦਾ ਪਾਰਟਨਰ ਹੁੰਦਾ ਉਹਦੇ ਕੋਲ ਇਹੋ ਜਿਹੀ ਕੋਈ ਅਥੋਰਿਟੀ ਨਹੀਂ ਹੁੰਦੀ। ਓਕੇ, ਨੈਕਸਟ ਹੈ ਹਿੰਦੂ ਜੁਆਇੰਟ ਫੈਮਿਲੀ। ਹਿੰਦੂ ਜੁਆਇੰਟ ਫੈਮਿਲੀ ਅਸੀਂ ਜਿਹੜਾ ਪੜ੍ਹਿਆ ਹੋਇਆ ਆ ਬਿਜ਼ਨਸ ਦੀ ਇੱਕ ਫੋਰਮ ਹੁੰਦੀ ਆ ਹਿੰਦੂ ਜੁਆਇੰਟ ਫੈਮਿਲੀ। ਹਿੰਦੂ ਜੁਆਇੰਟ ਫੈਮਿਲੀ ਦੇ ਵਿੱਚ ਕੀ ਹੁੰਦਾ ਕਿ ਇੱਕ ਕਰਤਾ ਹੁੰਦਾ ਆ ਜਿਹੜਾ ਕਿ ਉਸ ਫੈਮਿਲੀ ਬਿਜ਼ਨਸ ਦਾ ਮੈਨੇਜਰ ਹੁੰਦਾ ਆ, ਰਾਈਟ। ਸੋ ਜਿਹੜੀ ਪ੍ਰਾਈਮ ਲਾਇਬਿਲਿਟੀ ਹੁੰਦੀ ਆ ਉਹ ਕਰਤਾ ਦੀ ਹੁੰਦੀ ਆ। ਸੋ ਹੁਣ ਇੱਥੇ ਕੀ ਆ, ਹਿੰਦੂ ਜੁਆਇੰਟ ਫੈਮਿਲੀ ਦੇ ਕੇਸ ਦੇ ਵਿੱਚ ਕੀ ਆ ਕਿ ਜਿਹੜਾ ਕਰਤਾ ਆ, ਜਿਹੜਾ ਮੈਨੇਜਰ ਆ, ਜਿਹੜਾ ਕਿ ਫੈਮਿਲੀ ਨੂੰ ਰਿਪਰੈਜ਼ੈਂਟ ਕਰ ਰਿਹਾ ਆ, ਉਹਦੇ ਕੋਲ ਇੰਪਲਾਈਡ ਅਥੋਰਿਟੀ ਹੁੰਦੀ ਆ ਕਿ ਉਹ ਆਪਣੀ ਫੈਮਿਲੀ ਦੇ ਬਿਹਾਫ 'ਤੇ ਜਿਹੜਾ ਆ ਆਪਣੀ ਫੈਮਿਲੀ ਦੇ ਬਿਹਾਫ 'ਤੇ ਕੋਈ ਕੌਂਟਰੈਕਟ ਸਾਈਨ ਕਰ ਸਕਦਾ ਹੁੰਦਾ, ਉਹਦੀ ਕ੍ਰੈਡਿਟ ਨੂੰ ਪਲੈਜ ਕਰ ਸਕਦਾ ਹੁੰਦਾ ਆ। ਠੀਕ ਆ, ਔਰ ਅਗਰ ਉਹ ਕੋਈ ਫੈਮਿਲੀ ਬਿਜ਼ਨਸ ਚਲਾ ਰਿਹਾ ਤਾਂ ਸੋ ਜਿੱਥੇ ਕੋਈ ਵੀ ਨੈਗੋਸ਼ੀਏਬਲ ਇੰਸਟਰੂਮੈਂਟ ਜਿਹੜਾ ਆ ਉਹ ਹਿੰਦੂ ਜੁਆਇੰਟ ਫੈਮਿਲੀ ਦੇ ਮੈਨੇਜਰ ਨੇ ਡਰੋ ਕੀਤਾ ਹੋਇਆ ਆ। ਠੀਕ ਆ, ਸੋ ਉਹਦੇ ਲਈ ਜਿਹੜੀ ਲਾਇਬਿਲਿਟੀ ਆ ਉਹ ਫੈਮਿਲੀ ਦੇ ਸਾਰੇ ਮੈਂਬਰਸ ਦੀ ਹੁੰਦੀ ਆ, ਜੁਆਇੰਟ ਲਾਇਬਿਲਿਟੀ ਜਿਹੜੀ ਆ ਉਹ ਹੁੰਦੀ ਆ। ਉਸ ਤੋਂ ਬਾਅਦ ਨੈਕਸਟ ਆ ਕਾਰਪੋਰੇਸ਼ਨਸ। ਕਾਰਪੋਰੇਸ਼ਨਸ ਦਾ ਕੀ ਰੂਲ ਹੈਗਾ ਆ ਕਿ ਕਾਰਪੋਰੇਸ਼ਨਸ ਕੀ ਹੁੰਦੀਆਂ ਆ, ਕੰਪਨੀਜ਼ ਜਿਹੜੇ ਕਿ ਆਰਟੀਫਿਸ਼ਲੀ ਬਿਜ਼ਨਸ ਆਰਟੀਫਿਸ਼ਲੀ ਹੁੰਦੀਆਂ ਨੇ, ਉਹਨਾਂ ਦੀ ਕੋਈ ਆਪਣੀ ਫਿਜ਼ੀਕਲ ਐਗਜ਼ਿਸਟੈਂਸ 'ਤੇ ਨਹੀਂ ਹੁੰਦੀ। ਠੀਕ ਆ ਜੀ। ਸੋ ਕਾਰਪੋਰੇਸ਼ਨ ਦੇ ਕੇਸ ਦੇ ਵਿੱਚ ਰੂਲ ਕੀ ਹੈ ਕਿ ਨੈਗੋਸ਼ੀਏਬਲ ਇੰਸਟਰੂਮੈਂਟ ਨੂੰ ਇਨਕਰ ਕਰਨ 'ਤੇ ਜਿਹੜੀ ਲਾਇਬਿਲਿਟੀ ਹੁੰਦੀ ਆ, ਠੀਕ ਆ ਜੀ, ਉਹ ਕਾਰਪੋਰੇਸ਼ਨ ਦੀ ਨਹੀਂ ਹੁੰਦੀ, ਕਾਰਪੋਰੇਸ਼ਨ 'ਤੇ ਅਪਲਾਈ ਨਹੀਂ ਹੁੰਦੀ। ਠੀਕ ਆ, ਸੋ ਕਾਰਪੋਰੇਸ਼ਨ ਦੀਆਂ ਜਿਹੜੀ ਪਾਵਰ ਹੁੰਦੀ ਆ ਕਿਸੇ ਨੂੰ ਨੋਟ ਲਿਖ ਕੇ, ਬਿੱਲ ਲਿਖ ਕੇ ਜਾਂ ਚੈੱਕ ਲਿਖ ਕੇ, ਇਹ ਉਹਨੂੰ ਪਾਵਰ ਮਿਲਦੀ ਆ ਉਹਦੇ ਮੈਮੋਰੈਂਡਮ ਆਫ ਐਸੋਸੀਏਸ਼ਨ ਤੋਂ। ਸੋ ਕਾਰਪੋਰੇਸ਼ਨਸ ਅਗਰ ਆਪਣੀ ਇਸ ਪਾਵਰ ਨੂੰ ਐਕਸੀਡ ਕਰ ਜਾਂਦੀਆਂ ਆ ਜਾਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਸੀਡ ਕਰਕੇ ਐਕਸੈਪਟ ਕਰਦੀਆਂ ਤਾਂ ਉਹ ਨੈਗੋਸ਼ੀਏਬਲ ਇੰਸਟਰੂਮੈਂਟ ਜਿਹੜਾ ਵੋਇਡ ਹੋਏਗਾ ਔਰ ਈਵਨ ਹੋਲਡਰ ਇਨ ਡਿਊ ਕੋਰਸ ਵੀ ਜਿਹੜਾ ਉਹ ਕਾਰਪੋਰੇਸ਼ਨ ਨੂੰ ਲਾਇਬਲ ਨਹੀਂ ਬਣਾ ਸਕਦਾ। ਉਸ ਤੋਂ ਬਾਅਦ ਨੈਕਸਟ ਹੈ ਏਜੰਟ। ਹੁਣ ਏਜੰਟ ਕੀ ਆ, ਏਜੰਟ ਨੂੰ ਪ੍ਰਿੰਸੀਪਲ ਇੰਪਲੋਏ ਕਰਦਾ ਆ, ਹੈ ਨਾ, ਉਹ ਪ੍ਰਿੰਸੀਪਲ ਦੇ ਬਿਹਾਫ 'ਤੇ ਐਕਟ ਕਰਦਾ ਆ। ਸੋ ਜਿਹੜਾ ਏਜੰਟ ਪ੍ਰਿੰਸੀਪਲ ਦੇ ਬਿਹਾਫ 'ਤੇ ਕਿਸੇ ਨੈਗੋਸ਼ੀਏਬਲ ਇੰਸਟਰੂਮੈਂਟ ਨੂੰ ਡਰੋ ਕਰ ਰਿਹਾ, ਐਕਸੈਪਟ ਕਰ ਰਿਹਾ ਜਾਂ ਇੰਡੋਰਸ ਕਰ ਰਿਹਾ, ਸੋ ਉਹਨੂੰ ਜਿਹੜੀ ਇਹ ਪਾਵਰ ਮਿਲਦੀ ਆ ਉਹ ਆਪਣੇ ਏਜੰਸੀ ਦੇ ਬਿਜ਼ਨਸ 'ਚੋਂ ਮਿਲਦੀ ਆ। ਬਿਜ਼ਨਸ ਜੋ ਵੀ ਉਹਦਾ ਐਜ਼ ਅ ਏਜੰਟ ਬਿਜ਼ਨਸ ਚਲਾ ਰਿਹਾ ਆ ਉਹਦੇ ਤੋਂ ਉਹਨੂੰ ਪਾਵਰ ਮਿਲਦੀ ਆ। ਠੀਕ ਆ ਜੀ। ਸੋ ਉਹ ਜੋ ਵੀ ਰਿਸੀਵ ਕਰ ਰਿਹਾ, ਜੋ ਵੀ ਡੈਟ ਡਿਸਚਾਰਜ ਕਰ ਰਿਹਾ, ਉਹ ਪ੍ਰਿੰਸੀਪਲ ਦੇ ਬਿਹਾਫ 'ਤੇ ਕਰ ਰਿਹਾ। ਸੋ ਏਜੰਟ ਦੀ ਜਿਹੜੀ ਅਥੋਰਿਟੀ ਹੈਗੀ ਆ ਉਹ ਅਥੋਰਿਟੀ ਉਹਨੂੰ ਪ੍ਰਿੰਸੀਪਲ ਤੋਂ ਮਿਲੀ ਆ ਔਰ ਉਹ ਆਪਣੀ ਇਸ ਅਥੋਰਿਟੀ ਨੂੰ ਯੂਜ਼ ਕਰਕੇ ਪ੍ਰਿੰਸੀਪਲ ਨੂੰ ਜਿਹੜਾ ਆ ਲਾਇਬਲ ਬਣਾ ਸਕਦਾ ਆ। ਉਸ ਤੋਂ ਬਾਅਦ ਹੈ ਲੀਗਲ ਰਿਪਰੈਜ਼ੈਂਟੇਟਿਵ। ਜਿਹੜਾ ਇੱਕ ਡਿਸੀਜ਼ਡ ਪਰਸਨ ਆ ਜਿਹਦੀ ਡੈਥ ਹੋ ਗਈ ਆ, ਹੈ ਨਾ, ਉਹਦੇ ਜਿਹੜੇ ਲੀਗਲ ਰਿਪਰੈਜ਼ੈਂਟੇਟਿਵ ਹੁੰਦੇ ਆ ਉਹ
ਜਿਹੜੇ ਹੈਗੇ ਆ ਉਹ ਉਸ ਪਰਸਨ ਨੇ ਜਿਹਦੀ ਡਿਸੀਜ਼ਡ ਪਰਸਨ ਨੇ ਆਪਣੇ ਨਾਮ 'ਤੇ ਕੋਈ ਪ੍ਰੋਮਿਸਰੀ ਨੋਟ ਸਾਈਨ ਕੀਤੇ ਹੋਏ ਆ, ਬਿੱਲ ਆਫ ਐਕਸਚੇਂਜ ਜਾਂ ਚੈੱਕ ਸਾਈਨ ਕੀਤੇ ਹੋਏ ਆ, ਉੱਥੇ ਫਿਰ ਜਿਹੜੇ ਹੈਗੇ ਆ ਲੀਗਲ ਰਿਪਰੈਜ਼ੈਂਟੇਟਿਵ ਪਰਸਨਲੀ, ਮਤਲਬ ਜਿਨ੍ਹਾਂ ਦੇ ਲਈ ਉਹ ਪਰਸਨਲੀ ਲਾਇਬਲ ਹੈਗਾ ਆ, ਉੱਥੇ ਫਿਰ ਲੀਗਲ ਰਿਪਰੈਜ਼ੈਂਟੇਟਿਵ ਜਿਹੜੇ ਹੈਗੇ ਆ ਉਹਦੀ ਉਸ ਲਾਇਬਿਲਿਟੀ ਨੂੰ ਪੇ ਕਰਦੇ ਆ। ਔਰ ਉਹ ਲਾਇਬਿਲਿਟੀ ਕਿੱਥੋਂ ਪੇ ਕਰਦੇ ਆ? ਫਰੋਮ ਦਾ ਵੈਲਿਊ ਆਫ ਦਾ ਐਸੈਟਸ ਜਿਹੜੀਆਂ ਕਿ ਉਹਨਾਂ ਨੇ ਉਸ ਡਿਸੀਜ਼ਡ ਪਰਸਨ ਦੇ ਕੋਲੋਂ ਰਿਸੀਵ ਕੀਤੀਆਂ ਆ। ਸੋ ਇਹ ਸਾਡਾ ਟੌਪਿਕ ਸੀਗਾ ਕੈਪੈਸਿਟੀ ਆਫ ਪਾਰਟੀਜ਼ ਟੂ ਨੈਗੋਸ਼ੀਏਬਲ ਇੰਸਟਰੂਮੈਂਟ ਦਾ। ਉਸ ਤੋਂ ਬਾਅਦ ਸਾਡਾ ਨੈਕਸਟ ਟੌਪਿਕ ਆ ਲਾਇਬਿਲਿਟੀਜ਼ ਆਫ ਅ ਪਾਰਟੀ ਟੂ ਨੈਗੋਸ਼ੀਏਬਲ ਇੰਸਟਰੂਮੈਂਟ, ਵੀ ਜਿਹੜੀਆਂ ਨੈਗੋਸ਼ੀਏਬਲ ਇੰਸਟਰੂਮੈਂਟ ਦੀਆਂ ਡਿਫਰੈਂਟ ਪਾਰਟੀਜ਼ ਨੇ ਉਹਨਾਂ ਦੀ ਕੀ ਲਾਇਬਿਲਿਟੀ ਹੁੰਦੀ ਆ। ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਲਾਇਬਿਲਿਟੀ ਆਫ ਅ ਡਰਾਇਰ। ਡਰਾਇਰ ਦੀ ਕੀ ਲਾਇਬਿਲਿਟੀ ਹੁੰਦੀ ਆ? ਬਿੱਲ ਆਫ ਐਕਸਚੇਂਜ ਔਰ ਚੈੱਕ ਦਾ ਜਿਹੜਾ ਡਰਾਇਰ ਹੈ ਉਹਦੀ ਲਾਇਬਿਲਿਟੀ ਉਦੋਂ ਬਣਦੀ ਆ ਇਨ ਕੇਸ ਡਰਾਈ ਜਿਹੜਾ ਆ ਉਸ ਚੈੱਕ ਨੂੰ ਜਾਂ ਬਿੱਲ ਆਫ ਐਕਸਚੇਂਜ ਨੂੰ ਡਿਸਓਨਰ ਕਰ ਦਿੰਦਾ, ਐਕਸੈਪਟ ਕਰਨ ਤੋਂ ਮਨਾ ਕਰ ਦਿੰਦਾ ਆ, ਜਾਂ ਉਹਦੀ ਪੇਮੈਂਟ ਕਰਨ ਤੋਂ ਮਨਾ ਕਰ ਦਿੰਦਾ ਆ। ਫਿਰ ਜਿਹੜੀ ਲਾਇਬਿਲਿਟੀ ਹੁੰਦੀ ਆ ਉਹ ਡਰਾਇਰ ਦੀ ਬਣ ਜਾਂਦੀ ਆ। ਠੀਕ ਆ। ਸੋ ਡਰਾਇਰ ਦੀ ਲਾਇਬਿਲਿਟੀ ਕੰਡੀਸ਼ਨਲ ਹੁੰਦੀ ਆ ਔਰ ਉਸੇ ਟਾਈਮ ਅਰਾਈਜ਼ ਹੁੰਦੀ ਆ ਅਗਰ ਡਰਾਈ ਦੁਆਰਾ ਜਾਂ ਐਕਸੈਪਟਰ ਦੁਆਰਾ ਉਹ ਚੈੱਕ ਜਾਂ ਬਿੱਲ ਆਫ ਐਕਸਚੇਂਜ ਡਿਸਓਨਰ ਕਰ ਦਿੱਤਾ ਗਿਆ ਆ। ਠੀਕ ਆ ਜੀ। ਸੋ ਅਗਰ ਡਰਾਇਰ ਨੂੰ ਲਾਇਬਲ ਬਣਾਉਣਾ ਚਾਹੁੰਦਾ ਆ ਪੇਈ ਜਾਂ ਹੋਲਡਰ, ਤਾਂ ਉਹਨੂੰ ਲਾਇਬਲ ਬਣਾਉਣ ਦੇ ਲਈ ਉਹਨੂੰ ਜਿਹੜਾ ਆ ਉਹਨੂੰ ਨੋਟਿਸ ਆਫ ਡਿਸਓਨਰ ਦੇਣਾ ਪਏਗਾ। ਠੀਕ ਆ ਜੀ। ਔਰ ਹੋਲਡਰ ਦੇ ਪਾਰਟ 'ਤੇ ਅਗਰ ਉਹ ਓਮਿਟ ਕਰ ਗਿਆ, ਭੁੱਲ ਗਿਆ ਉਹਨੂੰ ਨੋਟਿਸ ਦੇਣ ਤੋਂ, ਤਾਂ ਉਹਦੇ ਨਾਲ ਜਿਹੜਾ ਹੈ ਉਹ ਡਰਾਇਰ ਦੀ ਲਾਇਬਿਲਿਟੀ ਜਿਹੜੀ ਆ ਉਹ ਆਪਣੀ ਲਾਇਬਿਲਿਟੀ ਤੋਂ ਡਿਸਚਾਰਜ ਹੋ ਜਾਏਗਾ। ਠੀਕ ਆ ਜੀ। ਇਹ ਸੀ ਬਿੱਲ ਆਫ ਐਕਸਚੇਂਜ ਦੇ ਕੇਸ 'ਚ। ਹੁਣ ਚੈੱਕ ਦੇ ਕੇਸ 'ਚ ਜਿਹੜਾ ਡਰਾਇਰ ਹੁੰਦਾ ਆ, ਅਗਰ ਚੈੱਕ ਡਿਸਓਨਰ ਹੋ ਗਿਆ ਬਿਕੋਜ਼ ਆਫ ਦਾ ਇਨਸਫੀਸ਼ੈਂਸੀ ਆਫ ਦਾ ਬੈਲੈਂਸ, ਦੈਨ ਫਿਰ ਇੱਕ ਕ੍ਰਿਮੀਨਲੀ ਪ੍ਰੋਸੀਕਿਊਸ਼ਨ ਬਣਦੀ ਆ ਉਹਦੇ ਅਗੇਂਸਟ। ਬਟ ਉਹਦੇ ਲਈ ਕੁਝ ਕੰਡੀਸ਼ਨਸ ਸੈਟਿਸਫਾਈਡ ਕਰਨੀਆਂ ਪੈਂਦੀਆਂ, ਉਹ ਅਸੀਂ ਨੈਕਸਟ ਲੈਕਚਰਸ ਡਿਸਕਸ ਕਰਾਂਗੇ। ਉਸ ਤੋਂ ਬਾਅਦ ਆ ਸੈਕਿੰਡ ਵਨ ਆ ਲਾਇਬਿਲਿਟੀ ਆਫ ਦਾ ਡਰਾਈ ਆਫ ਅ ਚੈੱਕ। ਜਿਹੜਾ ਚੈੱਕ ਦਾ ਡਰਾਈ ਆ ਉਹ ਕੌਣ ਹੁੰਦਾ? ਇੱਕ ਸਪੈਸੀਫਿਕ ਬੈਂਕਰ ਹੁੰਦਾ। ਸੋ ਬੈਂਕਰ ਨੇ ਅਗਰ ਡਰਾਇਰ ਦੇ ਅਕਾਊਂਟ ਦੇ ਵਿੱਚ ਸਫੀਸ਼ੈਂਟ ਬੈਲੈਂਸ ਹੈ, ਸੋ ਬੈਂਕਰ ਦੀ ਇਹ ਲਾਇਬਿਲਿਟੀ ਹੁੰਦੀ ਆ ਕਿ ਉਹਨੇ ਉਸ ਚੈੱਕ ਦੀ ਪੇਮੈਂਟ ਕਰਨੀ ਹੁੰਦੀ ਆ। ਠੀਕ ਆ। ਸੋ ਅਗਰ ਬੈਂਕਰ ਪੇਮੈਂਟ ਕਰਨ ਤੋਂ ਮਨਾ ਕਰ ਦਿੰਦਾ ਆ ਈਵਨ ਸਫੀਸ਼ੈਂਟ ਬੈਲੈਂਸ ਅਕਾਊਂਟ ਵਿੱਚ ਹੋਣ ਦੇ ਬਾਵਜੂਦ, ਫਿਰ ਉੱਥੇ ਬੈਂਕਰ ਨੂੰ ਜਿਹੜਾ ਆ, ਅਗਰ ਡਰਾਇਰ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਲੋਸ ਹੋਇਆ ਉਹਦੇ ਉਸ ਡਿਫਾਲਟ ਦੇ ਕਾਰਨ, ਤਾਂ ਉਸ ਲੋਸ ਦਾ ਕੰਪਨਸੇਸ਼ਨ ਜਿਹੜਾ ਹੈਗਾ ਉਹ ਬੈਂਕਰ ਨੂੰ ਪੇ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਨੈਕਸਟ ਹੈ ਲਾਇਬਿਲਿਟੀ ਆਫ ਮੇਕਰ ਆਫ ਨੋਟ ਔਰ ਐਕਸੈਪਟਰ ਆਫ ਬਿੱਲ। ਪ੍ਰੋਮਿਸਰੀ ਨੋਟ ਦਾ ਜੋ ਮੇਕਰ ਆ, ਐਕਚੁਅਲੀ ਉਹਦੀ ਪ੍ਰਿੰਸੀਪਲ ਲਾਇਬਿਲਿਟੀ ਹੁੰਦੀ ਆ। ਉਹਨੇ ਜਿਹੜਾ ਹੈਗਾ ਕਿਉਂਕਿ ਉਹਨੇ ਪ੍ਰੋਮਿਸ ਕੀਤਾ ਹੁੰਦਾ ਆ, ਸੋ ਉਹਦੀ ਪੇਮੈਂਟ ਜਿਹੜੀ ਹੈਗੀ ਆ ਉਹ ਉਹਨੇ ਕਰਨੀ ਹੁੰਦੀ ਆ, ਮੇਕਰ ਨੇ, ਪ੍ਰੋਮਿਸਰ ਨੇ। ਠੀਕ ਆ ਜੀ। ਸੋ ਉਹਦੀ ਲਾਇਬਿਲਿਟੀ ਹੁੰਦੀ, ਉਹ ਲਾਇਬਲ ਹੁੰਦਾ ਪੇ ਨੂੰ ਵੀ ਅਤੇ ਹੋਲਡਰ ਨੂੰ ਵੀ। ਔਰ ਅਗਰ ਉਹ ਡੈਟਰ ਹੈਗਾ ਆ ਤਾਂ ਉਹਦੀ ਲਾਇਬਿਲਿਟੀ ਪ੍ਰਾਇਮਰੀ ਹੁੰਦੀ ਆ ਅਤੇ ਅਨਕੰਡੀਸ਼ਨਲ ਹੁੰਦੀ ਆ। ਔਰ ਸੇਮ ਬਿੱਲ ਆਫ ਐਕਸਚੇਂਜ ਦੇ ਕੇਸ ਦੇ ਵਿੱਚ ਸੇਮ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਆ ਐਕਸੈਪਟਰ, ਉਹਦੀ ਸੇਮ ਪ੍ਰਾਇਮਰੀ ਲਾਇਬਿਲਿਟੀ ਹੁੰਦੀ ਆ। ਜਦੋਂ ਬਿੱਲ ਨੂੰ ਐਕਸੈਪਟ ਕਰ ਦਿੰਦਾ ਜਾਂ ਡਿਲੀਵਰ ਕਰ ਦਿੰਦਾ ਆ ਤਾਂ ਉਹ ਲਾਇਬਲ ਬਣ ਜਾਂਦਾ ਆ ਉਸ ਅਮਾਊਂਟ ਨੂੰ ਪੇ ਕਰਨ ਦੇ ਲਈ। ਠੀਕ ਆ ਜੀ। ਸੋ ਬਿੱਲ ਆਫ ਐਕਸਚੇਂਜ ਦਾ ਜੋ ਐਕਸੈਪਟਰ ਆ ਉਹ
ਐਟ ਔਰ ਆਫਟਰ ਮੈਚੋਰਿਟੀ ਉਹਨੇ ਉਹਦੀ ਹੋਲਡਰ ਨੂੰ ਔਨ ਡਿਮਾਂਡ ਜਿਹੜੀ ਹੈਗੀ ਆ ਪੇਮੈਂਟ ਕਰਨੀ ਹੁੰਦੀ ਆ। ਨੈਕਸਟ ਹੈ ਸਾਡੇ ਕੋਲ ਲਾਇਬਿਲਟੀ ਆਫ ਇੰਡੋਰਸਰ। ਅਗਰ ਇੱਕ ਇੰਡੋਰਸਰ ਜਿਹੜਾ ਆ ਉਹਨੇ ਕੋਈ ਬਿੱਲ ਡਿਲੀਵਰ ਕੀਤਾ ਆ, ਇੰਡੋਰਸ ਕੀਤਾ ਆ, ਤਾਂ ਫਿਰ ਉਹਦੀ ਵੀ ਲਾਇਬਿਲਟੀ ਬਣ ਜਾਂਦੀ ਆ ਉਹਦੇ ਉੱਤੇ। ਠੀਕ ਆ ਜੀ। ਸੋ ਉਹ ਵੀ ਲਾਇਬਲ ਹੋ ਜਾਂਦਾ ਆ ਅਗਰ ਸਬਸੀਕੁਐਂਟ ਹੋਲਡਰ ਜਿਹੜਾ ਹੈਗਾ ਆ ਔਰ ਸਬਸੀਕੁਐਂਟ ਇੰਡੋਰਸਰ ਜਿਹੜਾ ਹੈਗਾ ਆ ਅਗਰ ਡਿਸਓਨਰ ਹੋ ਗਿਆ ਬਿੱਲ ਅਤੇ ਉਹਨੂੰ ਪੇ ਕਰਨਾ ਪਿਆ ਤਾਂ ਉਹਨੂੰ ਵੀ ਜਿਹੜਾ ਹੈਗਾ ਆ ਲਾਇਬਲ ਬਣਾਇਆ ਜਾ ਸਕਦਾ ਆ। ਠੀਕ ਆ। ਸੋ ਬਿੱਲ ਦਾ ਜਿਹੜਾ ਇੰਡੋਰਸਰ ਆ ਉਹਦੀ ਲਾਇਬਿਲਟੀ ਜਿਹੜੀ ਹੁੰਦੀ ਆ ਹਰ ਸਬਸੀਕੁਐਂਟ ਹੋਲਡਰ ਦੇ ਲਈ ਹੁੰਦੀ ਆ ਅਗਰ ਡਰੋਈ ਜਿਹੜਾ ਡਿਸਓਨਰ ਕਰ ਦਿੰਦਾ ਆ, ਬਟ ਇਹਦੇ ਲਈ ਉਹਨੂੰ ਡਿਸਓਨਰ ਦਾ ਨੋਟਿਸ ਜਿਹੜਾ ਮਿਲਣਾ ਜ਼ਰੂਰੀ ਆ। ਠੀਕ ਆ ਜੀ। ਔਰ ਇਹ ਲਾਇਬਿਲਟੀ ਉਹਦੀ ਤਾਂ ਨਹੀਂ ਬਣਦੀ ਅਗਰ ਇਹਦੇ ਕੰਟਰਰੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਿਹੜੀ ਆ ਨੋਟੀਫਿਕੇਸ਼ਨ ਹੋਈ ਆ ਕੰਟਰੈਕਟ ਦੇ ਵਿੱਚ, ਜਾਂ ਉਹਨੇ ਇੰਡੋਰਸ ਕਰਦੇ ਟਾਈਮ ਹੀ ਐਕਸਪ੍ਰੈਸਲੀ ਆਪਣੀ ਲਾਇਬਿਲਟੀ ਨੂੰ ਲਿਮਿਟ ਕੀਤਾ ਹੋਇਆ ਆ। ਸੋ ਹਰ ਇੰਡੋਰਸਰ ਜਿਹੜਾ ਡਿਸਓਨਰ ਤੋਂ ਬਾਅਦ ਲਾਇਬਲ ਬਣ ਜਾਂਦਾ ਆ ਉਸ ਇੰਸਟਰੂਮੈਂਟ 'ਤੇ ਜਿਹੜਾ ਕਿ ਪੇਬਲ ਔਨ ਡਿਮਾਂਡ ਆ। ਠੀਕ ਆ ਜੀ। ਔਰ ਅਗਰ ਹੋਲਡਰ ਕੁਝ ਇਹੋ ਜਿਹਾ ਕਰਦਾ ਆ ਜਿਹਦੇ ਨਾਲ ਇੰਡੋਰਸਰ ਦੇ ਰਾਈਟ ਡਿਸਟਰੋਏ ਹੁੰਦੇ ਆ ਤਾਂ ਇੰਡੋਰਸਰ ਜਿਹੜਾ ਫਿਰ ਆਪਣੀ ਲਾਇਬਿਲਟੀ ਤੋਂ ਡਿਸਚਾਰਜ ਵੀ ਹੋ ਸਕਦਾ ਆ। ਉਸ ਤੋਂ ਬਾਅਦ ਆ ਲਾਇਬਿਲਟੀ ਆਫ ਦਾ ਪ੍ਰਾਇਰ ਪਾਰਟੀਜ਼ ਟੂ ਅ ਹੋਲਡਰ ਇਨ ਡਿਊ ਕੋਰਸ। ਨੈਗੋਸ਼ੀਏਬਲ ਇੰਸਟਰੂਮੈਂਟ ਜਿਹੜਾ ਹੈਗਾ ਆ ਕਿਉਂਕਿ ਉਹ ਸਰਕੂਲੇਸ਼ਨ ਦੇ ਟਾਈਮ 'ਤੇ, ਇੰਡੋਰਸਮੈਂਟ ਦੇ ਟਾਈਮ 'ਤੇ ਬਹੁਤ ਸਾਰੇ ਹੱਥਾਂ ਵਿੱਚੋਂ ਹੋ ਕੇ ਜਾਂਦੇ ਆ, ਯਾਨੀ ਬਹੁਤ ਸਾਰੇ ਉਹਦੇ ਇੰਡੋਰਸਰ ਬਣ ਜਾਂਦੇ ਆ, ਬਹੁਤ ਸਾਰੀਆਂ ਪਾਰਟੀਜ਼ ਇਨਵੋਲਵ ਹੋ ਜਾਂਦੀਆਂ ਆ। ਸੋ ਹਰੇਕ ਪਰਸਨ ਜਿਹੜਾ ਵੀ ਇੰਡੋਰਸਰ ਬਣਿਆ ਜਾਂ ਪਾਰਟੀ ਬਣਿਆ ਉਹਦੀ ਲਾਇਬਿਲਟੀ ਜਿਹੜੀ ਆ ਫਿਕਸ ਹੋ ਜਾਂਦੀ ਆ। ਠੀਕ ਆ। ਹਰੇਕ ਦੀ ਲਾਇਬਿਲਟੀ ਜਿਹੜੀ ਆ ਆਪਣੇ ਸਬਸੀਕੁਐਂਟ ਹੋਲਡਰ ਨੂੰ ਹੁੰਦੀ ਆ ਜਿੰਨੀ ਦੇਰ ਤੱਕ ਇੰਸਟਰੂਮੈਂਟ ਜਿਹੜਾ ਆ ਡਿਊਲੀ ਡਿਸਚਾਰਜ ਨਹੀਂ ਹੁੰਦਾ। ਸੋ ਇਹਦੇ ਨਾਲ ਹੀ ਸਾਡਾ ਇਹ ਟੌਪਿਕ ਜਿਹੜਾ ਹੈਗਾ ਉਹ ਕੰਪਲੀਟ ਹੁੰਦਾ ਆ। ਥੈਂਕ ਯੂ।